समाया। मिथ्या हमें ममता माया। मिथ्या राज जोबन तन माल। मिथ्या काम क्रोध विकराल। मिथ्या रथ हस्ती असव वस्त्रा। मिथ्या रंग संग माया पेख हस्ता। मिथ्या त्रोह मोह अभिमान। मिथ्या आपसी ऊपर करत गुमान। असतर भगत साध की शरण। नानक जप जप जीवै हर के चरण। नानक जप जप जीवै हर के चरण। हाँ आया दूरों चल गए। मैं तकी तो सरनाए जियो। मैं आशा रखे चित में। मेरा सब दुख गवाए जियो। मैं आशा रखी चित में। मेरा सब दुख गवाए जियो। ज़ारा ज़हूर हाजरा हजूर सर्व कला समरथ भरपूर। लोक परलोक दे रखिया भगत वशल। दुख दलिदर दूर करने वाले साक्षात रब प्रतख सतगुरु। दसां पातशाहियां दी जोत धन धन श्री गुरु ग्रंथ साहिब जी महाराज। सतगुरु जी की पावन पवित्र गोद हजूरी दे विच गुरु शब्द दे नाल जुड़ बैठी देश प्रदेश संगत आप जी का धन्यवाद। आप जी तंत्रा दे योग वडभागे हो। गुरु ने मेहर की है। मुड़ समा सबब ये बनया गुरु की गोद विच बैठण दा और रूबरू होण दा। इंसान जदों रूबरू हुंदा है, सज्जन जदों सज्जना दे रूबरू हुंदा है ते खुशी हुंदी है। सज्जन जदों सज्जन दे रूबरू हुंदा है ते खुशी हुंदी है। सज्जना दे विच एक रूह है। जदों रूह अंदरों रूहां दे रूबरू हुंदी है। एक ते साडा चेहरा एक दे दूजे दे रूबरू हुंदा है। एक साडे अंदर रूह भी लिखिया है। वो भी जदों असी एक दूजे दे रूबरू रूह राही जां अपने इष्ट रब गुरु
ਦੇ ਰੂਬਰੂ ਆਪਣੀ ਰੂਹ ਰਾਹੀਂ ਹੁੰਦੇ ਹਾਂ ਤੇ ਫਿਰ ਰੱਬ ਦੀ ਪ੍ਰਾਪਤੀ, ਰੱਬ ਦਾ ਗਿਆਨ, ਰੱਬ ਦੇ ਬਾਰੇ ਜਾਣਕਾਰੀ ਮਿਲਦੀ ਹੈ। ਇਸ ਲਈ ਕੋਈ ਬਾਤਚੀਤ ਚੱਲੇ, ਕੋਈ ਗੁਫ਼ਤਗੂ ਹੋਵੇ, ਕੁਝ ਸਮਝਿਆ ਜਾਏ, ਕੁਝ ਸਮਝਾਇਆ ਜਾਏ, ਇਸ ਦੇ ਲਈ ਰੂਬਰੂ ਹੋਣਾ ਜਿਹੜਾ ਬਹੁਤ ਜ਼ਰੂਰੀ ਹੈ। ਕੁਝ ਸਮਝਿਆ ਜਾਏ, ਕੁਝ ਸਮਝਾਇਆ ਜਾਏ, ਕੁਝ ਦਿੱਤਾ ਜਾਏ, ਕੁਝ ਲਿਆ ਜਾਏ, ਇਹਦੇ ਲਈ ਇੱਕ ਦੂਜੇ ਦੇ ਰੂਬਰੂ ਹੋਣਾ ਬਹੁਤ ਜ਼ਰੂਰੀ ਹੈ। ਸੋ ਗੁਰੂ ਨੇ ਮਿਹਰ ਕਰ ਦਿੱਤੀ ਹੈ, ਕਿਰਪਾ ਕਰ ਦਿੱਤੀ ਹੈ। ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਅਸੀਂ ਗੁਰਮੁਖ ਪਿਆਰੇ, ਗੁਰੂ ਦੇ ਬੱਚੇ, ਇੱਕ ਦੂਜੇ ਦੇ ਰੂਬਰੂ ਆਪਣੇ ਗੁਰੂ ਦੇ ਸਾਹਮਣੇ ਸਨਮੁਖ ਬੈਠੇ ਹਾਂ। ਗੁਰੂ ਨੂੰ ਜੋ ਹਾਜ਼ਰ ਨਾਜ਼ਰ ਸਮਝਦਾ ਹੈ ਉਹ ਗੁਰੂ ਦੀ ਗੋਦ ਵਿੱਚ ਬੈਠਾ ਹੈ। ਧਿਆਨ ਦੇਣਾ, ਜੋ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਦਾ ਉਹ ਦੂਰ ਵੀ ਬੈਠਾ ਜੇ ਕੋਈ ਸੁਣ ਰਿਹਾ ਤੇ ਗੁਰੂ ਦੀ ਗੋਦ ਵਿੱਚ ਬੈਠਾ। ਜੇ ਮੈਂ ਗੁਰੂ ਦੀ ਇਸ ਵੇਲੇ ਗੋਦ ਵਿੱਚ ਬੈਠਾ, ਮੇਰਾ ਧਿਆਨ, ਮੇਰਾ ਚਿੱਤ ਡੋਲੇ, ਮੈਨੂੰ ਅਡੋਲਤਾ ਨਾ ਮਿਲੇ, ਮੇਰੇ ਵਿੱਚ ਇਕਾਗਰਤਾ ਨਾ ਆਏ, ਮੇਰਾ ਮਨ ਭਟਕਦਾ ਰਵੇ, ਮੈਂ ਗੁਰੂ ਦੀ ਗੋਦ ਵਿੱਚ ਬੈਠਾ ਹੋਇਆ ਵੀ ਗੁਰੂ ਦੀ ਗੋਦ ਵਿੱਚ ਬੈਠਾ ਨਹੀਂ ਹੋਵਾਂਗਾ। ਜੇ ਮੇਰਾ ਮਨ ਨਾ ਲੱਗਿਆ, ਬੜੀ ਪਿਆਰੀ ਪੰਕਤੀ ਪੜ੍ਹਦੇ ਹਾਂ, ਲਾਗਣਾ ਲਾਗਣ ਨੀਕਾ ਗੁਰ ਚਰਨੀ ਮਨ ਲਾਗਣਾ। ਸਾਡਾ ਮਨ ਜਿਹੜਾ ਹੈ ਇਹ ਗੁਰੂ ਦੇ ਚਰਨਾਂ ਵਿੱਚ ਲੱਗਣਾ ਚਾਹੀਦਾ। ਮਨ, ਜੇ ਮਨ ਕਿਸੇ ਕੰਮ ਵਿੱਚ ਨਾ ਲੱਗੇ ਤੇ ਕਹਿੰਦੇ ਨੇ ਸਫਲਤਾ ਜਿਹੜੀ ਹੈ ਉਹ ਮਿਲਦੀ ਨਹੀਂ। ਜੇ ਮਨ ਕਿਸੇ ਵੀ ਕੰਮ ਦੇ ਵਿੱਚ ਪੂਰੀ ਤਰ੍ਹਾਂ ਨਾ ਲੱਗੇ, ਉਸ ਕੰਮ ਦਾ ਮਜ਼ਾ ਵੀ ਨਹੀਂ ਆਉਂਦਾ ਕਰਨ ਦਾ, ਉਹਦੇ ਵਿੱਚ ਪ੍ਰੋਪਰ ਸਫਲਤਾ ਵੀ ਨਹੀਂ ਮਿਲਦੀ। ਜੇ ਕਿਸੇ ਕੰਮ ਦੇ ਵਿੱਚ ਮਨ ਲੱਗ ਜਾਏ ਤੇ ਉਹ ਮਨ, ਉਹ ਜਿਹੜਾ ਕੰਮ ਹੈ ਉਸ ਨੂੰ ਕਰਨ ਦਾ ਮਜ਼ਾ ਬੜਾ ਆਉਂਦਾ। ਜੇ ਭਾਰ ਸਮਝ ਕੇ, ਬੋਝ ਸਮਝ ਕੇ, ਮਜਬੂਰੀ ਸਮਝ ਕੇ ਕੋਈ ਵੀ ਕੰਮ ਕੀਤਾ ਜਾਵੇ ਉਹਦੇ ਵਿੱਚ ਆਨੰਦ ਨਹੀਂ ਹੈ, ਚਾਹੇ ਭਗਤੀ ਮਾਰਗ ਹੈ, ਚਾਹੇ ਸੰਸਾਰ ਦਾ ਮਾਰਗ ਹੈ। ਜਾਂ ਜੇ ਕਹਿ ਲਈਏ ਵੀ ਦਿਲ ਲਾ ਕੇ ਜੋ ਵੀ ਕੁਝ ਕਰਨਾ, ਦਿਲ ਲਾ ਕੇ, ਮਨ ਲਾ ਕੇ ਕਰਨਾ। ਬੜੀ ਪਿਆਰੀ ਪੰਕਤੀ ਬਾਣੀ ਦੀ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ। ਜੇ ਕੋਈ ਚਿੱਤ ਲਾ ਕੇ ਕਰਦਾ, ਚਿੱਤ ਲਾ ਕੇ ਗਾਉਂਦਾ, ਚਿੱਤ ਲਾ ਕੇ ਸੁਣਦਾ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਮੈਂ ਚਿੱਤ ਲਾ ਕੇ ਸੁਣਾਉਂਦਾ ਪਿਆ ਜਾਂ ਤੁਸੀਂ ਚਿੱਤ ਲਾ ਕੇ ਸੁਣਦੇ ਪਏ ਹੋ, ਇਹ ਇੱਕ ਦੂਜੇ ਨੂੰ ਸਾਨੂੰ ਪਤਾ ਨਹੀਂ ਲੱਗਣਾ। ਇਹ ਜੋ ਸਾਡਾ ਗੁਰੂ ਹੈ ਉਸ ਨੂੰ ਪਤਾ ਹੈ ਵੀ ਇਹ ਚਿੱਤ ਲਾ ਕੇ ਸੁਣਾਉਂਦਾ ਪਿਆ ਜਾਂ ਇਹ ਚਿੱਤ ਲਾ ਕੇ ਸੁਣਦਾ ਪਿਆ। ਸੋ ਪ੍ਰਵਾਨ ਉਹੀ ਹੋਣਾ ਜੇ ਕੋ ਕਰੇ ਚਿੱਤ ਲਾਏ। ਜੋ ਚਿੱਤ ਲਾ ਕੇ ਸੁਣੇਗਾ, ਚਿੱਤ ਲਾ ਕੇ ਸੁਣਾਏਗਾ, ਚਿੱਤ ਲਾ ਕੇ ਕਰੇਗਾ ਤੇ ਚਿੱਤ ਲਾ ਕੇ ਹੀ ਅੱਗੇ ਤੁਰੇਗਾ। ਸੋ ਆਓ ਗੁਰੂ ਜੀ ਮਿਹਰ ਕਰਨ, ਸਾਨੂੰ ਗੁਰੂ ਦਾ ਆਸਰਾ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀ ਹੈ। ਮਨ ਲੋਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋੜੀ ਹੈ। ਬਾहें ਜਿਨ੍ਹਾਂ ਦੀ ਪਕੜੀ ਹੈ, ਸਿਰ ਦੀਜੇ ਬਾहें ਨਾ ਛੋੜੀ ਹੈ। ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀ। ਸੋ ਧਰਮ ਕਰਮ ਹੀ ਹੈ, ਧਰਮ ਸਾਡਾ ਕਰਮ ਹੀ ਹੈ। ਕਰਮ ਜੋ ਸਾਡੀ ਸਕਾਰਾਤਮਕ ਸੋਚ ਦੇ ਵਿੱਚੋਂ, ਪੋਜ਼ਿਟਿਵ ਸੋਚ ਦੇ ਵਿੱਚੋਂ
जो विचार राही, चंगे गुणा राही, चंगे सुभाਅ राही प्रगट हुंदा है, वो कर्म, ते वो कर्म ही धर्म बनता है। वो कर्म ही धर्म बनता है। जो असी श्रवण कर रहे हैं ये बड़ा प्यारा कर्म है, तो ये बाद विच धर्म है। कर्म तो बिना धर्म नहीं बन सकता, सीधा धर्म ही नहीं बन सकता। मैं सवेरे तैयार होया, सोहने कपड़े पाए और देखने नूं मैं लग्या, मैं हाथ विच कुछ सिमरना भी पा लिया, माला भी पा ली। इस दे नाल मैं धर्मी नहीं होवांगा। बहुत बार तुसीं श्रवण कीता है, मैनूं धर्म कर्म जिहड़ा है कमाउणा पएगा, इकट्ठा करना पएगा। एक गुण कर्म ते धर्म, जिवें पूंजी इकट्ठी करते हैं, पैसे इकट्ठे करते हैं, इस तरह जिहड़ा कर्म ये धर्म बन जाए, ये लिए भी महाराज जी कहते मेहनत करनी पैंदी है। तो मेहनत की है, कोई असी अपने मोढे ते कोई गाडर नहीं चुकना, सिर ते कोई पंड नहीं चुकनी। बस अपने आप नूं इधर उधर भटकण तो रोक के असी इस मन नूं गुरु दे कोल जाके बिठा देना है। जिवें निक्का जिहा बच्चा अड़ी करदा है, जिहड़ा नर्सरी च पढ़दा है, LKG UKG च पढ़दा है ना, उन्होंने माँ तोरदी है। कई बार स्कूले पुराने समय की गल करा, पुराने समयां दे विच मावां स्कूले छड्ड के जांदियां सन, माँ बाद विच घर पहुंचदी सी, न्याणा पहला ही घर पहुंचिया हुंदा सी। माँ ज़्यादा करके मावां छड्डण जांदियां, वो बच्चा अपनी माँ के पिछे पिछे दौड़ा दौड़ा मुड़ क्लास तो अपने घर पहुँच जाता सी, भज आउंदा सी, आधी छुट्टी दौड़िया आउंदा सी, क्योंकि वह चित्त नहीं लग्या, दिल नहीं लग्या, वो दौड़ आया। तो जिहड़े दौड़ते रहे सारी जिंदगी, अद्धी छुट्टी वेले मुश्किल हुई उन्होंने, तो जिहड़े पूरे पीरियड अटेंड करते गए उन्होंने भावें कोई सरकारी जॉब ना भी मिली होवे या वड्डी कोई जॉब ना भी मिले होए, पर उन्होंने को विद्या जिसनों नेत्र कहते ने वो है। विद्या रूपी नेत्र जिहड़े ने इस स्कूल दे विच जो हाज़री भरेगा, लैक्चर अटेंड करेगा, पीरियड लाएगा, उसनों ये बरकतां मिलनियां ने। सो जिवें एक बच्चे नूं माँ बार बार बिठाउंदी है क्लास विच, वो भज जांदा है क्योंकि वहदा चित्त नहीं लगदा। ये मन नूं भी जदों असीं गुरु दी गोद विच बिठाउंदे आ ना, ये भी भजदा, कहंदा चल चल, तैनूं नहीं पता दुकान खोलनी है, तैनूं नहीं पता रोटी बनाउणी है, तैनूं नहीं पता धारां कढणीआं हन, तैनूं नहीं पता फलाने बंदे नूं मिल के कचहरीआं दे काम पए ने, जमीन दे काम पे ने। मन इत्थे भी जमीनां दी गलबात, घर दी गलबात, खेती बारे दिन भर ते मैं सोचना ही सोचना, इत्थे बैठा भी प्लैन करी जांदा, उधर जावांगे, गुरु घर आए हैं, उधर दी लंघ जावांगे, नाले ग्रोसरी खरीद लवांगे, नाले उधर जा आवांगे, बस यही प्लैन करी जांदा। मतलब टिकदा नहीं, भजदा। तो जो मन भज गया तो सुनना किसने है? मन भजया रहा तो सुनेगा कौन? जो मन ने सुनिया ही ना तो मन ते असर की होएगा? जब मन ने सुनिया ही नहीं, असर नहीं होया, तो मन बदलेगा किवें? मन ने बदलना ही नहीं। इस करके गुरु महाराज जी कहते ने, सुनिया मनिया मन कीता भाओ, अंतर्गत तीर्थ मल नहाओ। सुनना पएगा, मनना पएगा, तो फिर रंग चढ़ जाएगा, फिर रंग चढ़ जाएगा। सो आओ लड़ीवार शब्द की विचार को आरंभ करते हैं। बहुत ही प्यारा शब्द है, 268 268 अंग दे उपर ये अंकित है। गुरु अर्जन देव जी का शब्द है, सुखरी साहब जी की बाणी दे विच है। शब्द की आरंभता दी पंक्तियां आप जी ने सरवण कर लईयां, दोबारा मैं रिपीट करा। मिथ्या तन धन कुटुंब सवाया,
मिथ्या हौमे ममता माया। पिछे भी तुसी श्रवण किया है, जो अखियां या नेत्र देख रहे ने असल लगता है, सूरज असल लगता है, बिल्डिंगां असल लगदियां ने, पहाड़ नहरां नदियां असल लगदियां हन, ते जिसने इसनू बनाया वो जिहड़ा वो महाराज जी कहते असल नहीं लगता। जद कि महाराज जी ने एक क्लीयर कर दिता, दृष्ट मान है सगल मथे ना। जितना भी संसार है महाराज जी कहते मिठिया मिथ्या झूठा या नाशवंत है। कोई भी दुनिया की चीज चक के वेख लीए, नाशवंत और झूठी है। ते जो सच्चा है वो की है, उस दे बारे गुरु नानक महाराज ने आरंभ दे विच ही दस दिता। एक ओंकार सतनाम करता पुरख, ये है ओदा नाम, ते जिसने ये सारी कायनात नू बनाया, जिस दे बारे जानना समझना बड़ा टफ है, औखा है, क्योंकि विषय नहीं ना अपना, इस करके छेती समझ नहीं लगेगी भी परमात्मा सतनाम किवें है। करता पुरख निरभाव निर्वैर अकाल मूरत अजूनी सैभं गुर प्रसाद। ये परिभाषा परमात्मा की गुरु नानक महाराज जी ने ये मूल मंत्र विच सानू बड़ी क्लीयर दस दी है। जे कोई समझना चाहे तो समझ आ जाएगी, जे कोई ना समझना चाहे 1430 अंग ये ने। भाई गुरदास जी दी वारां ने, गुरु गोबिंद सिंह पातशाह जी की बाणी है, होर गुरसिखां दी बड़ियां रचनावां ने, सारियां नू पढ़ लवे, होर तमाम ग्रंथां नू देख लवे, सैटिस्फाई नहीं होएगा। जिसने मनना है उसने एकदम तर जाना है, जिसने नहीं मनना उसनू जो मर्जी दसी जाओ समझाई जाओ कहता ना। सो सानू गुरु की गल नू मननी पेगी, मनना पेगा। गुरु महाराज जी की फरमान करते ने, मिथ्या तन धन कुटुंब सबाया। तेरा शरीर, तेरे कोल इकट्ठे किते पदार्थ धन ते कुटुंब या कह लीए परिवार, ये सारा ही महाराज जी कहते नाशवंत ते मिथ्या है। बहुत बारी श्रवण किया है और असी इस चीज नू मनदे भी हाँ, मनदे भी हाँ ये शब्द नू, पर जदों प्रॉपर प्रैक्टिकल रूप दे विच मनण दी गल आउंदी है ते फिर थोड़ा जिहा सानू मुश्किल हुंदा है भी ये सचमुच ही इसे तरह। जिवें महाराज जी तन नू मिथ्या नाशवंत, धन नू मिथ्या नाशवंत कहंदे ने। जिहड़ी चीज नाशवंत होवे उस चीज नालों ते मोह हट जाना चाहिए, दूर होना चाहिए, बंदे नू उस कोलों बहुत परे हो जाना चाहिए, पर इस तरह हुंदा नहीं। साडा अपने परिवार तो दूर हटना, जिहड़े पदार्थ असीं जिंदगी विच मेहनत नाल कमाए ने उन्हां नूं छड्डना, जिहड़ा शरीर असीं इन्ना पालिया, इसनूं तकड़ा कीता है, इसनूं छड्डना ये बहुत वड्डी सूरबीरता है। ये छड्डना सौखा नहीं, इसनूं मिथ्या मनना सौखा नहीं, क्योंकि बाणी विच लिखिया जाको हर रंग लागो इस युग में सो कईयत है सूरा। सूरमा केवल उसनूं नहीं कहंदे जिसने मैदान विच तलवार चलाउणी है, जिसने संसार दे विच रसां नूं त्यागना है। ये 5 दुश्मन जिहड़े काम क्रोध लोभ मोह अहंकार, इन्हां नाल फाइट करनी है, इन्हां नूं मारना, ये भी सूरबीरां दा काम है। आत्म जिणे सगल वस ताके जाका सतगुर पूरा। योद्धा सूरमा वो है, बड़ी सिंपल जी सीधी गल कर देना, जिहड़ा एक अपनी चारपाई नूं नहीं छड्ड सकदा ते उठ के कहे मैं योद्धा ते सूरमा बब्बर शेर हां, वो गलत होएगा।
ਜਿਹੜਾ ਇੱਕ ਆਪਣੀ ਨੀਂਦ ਨੂੰ ਨਹੀਂ ਤਿਆਗ ਸਕਦਾ, ਆਲਸ ਨਹੀਂ, ਅਵੇਸਲਾਪਨ ਨਹੀਂ ਛੱਡ ਸਕਦਾ, ਆਪਣੀ ਚਾਰਪਾਈ ਮੰਜਾ ਪਲੰਗ ਬੈੱਡ ਨੂੰ ਨਹੀਂ ਤਿਆਗ ਸਕਦਾ, ਉੱਠ ਕੇ ਭਜਨ ਬੰਦਗੀ ਰੱਬ ਦਾ ਸ਼ੁਕਰਾਨਾ ਨਹੀਂ ਕਰ ਸਕਦਾ, ਉਹ ਸੂਰਬੀਰ ਭਾਈ ਗੁਰਬਾਣੀ ਮੁਤਾਬਕ ਤੇ ਉਹ ਕੋਈ ਸੂਰਬੀਰ ਨਹੀਂ। ਜਿਸ ਨੇ ਫਤਿਹ ਪਾ ਲਈ, ਨੀਂਦ ਨੂੰ ਤਿਆਗ ਦਿੱਤਾ, ਆਲਸ ਨੂੰ ਤਿਆਗ ਦਿੱਤਾ, ਉਦਮ ਨੂੰ ਅਪਣਾ ਲਿਆ, ਸੱਚ ਦੀ ਗੋਦ ਵਿੱਚ ਬੈਠ ਗਿਆ, ਯੋਧਾ ਸੂਰਮਾ ਤੇ ਉਹ ਹੈ ਯੋਧਾ, ਉਹ ਸੂਰਮਾ ਜਿਸ ਨੇ ਸੱਚ ਨੂੰ ਸੁਣਨਾ ਵੀ ਪ੍ਰਵਾਨ ਕਰ ਲਿਆ, ਸੁਣ ਕੇ ਫਿਰ ਮੰਨ ਵੀ ਲਿਆ, ਉਹ ਹੈ ਸੂਰਮਾ। ਤੇ ਜਿਸ ਨੂੰ ਕੋਈ ਗੱਲ ਸੁਣਾਈ ਜਾਵੇ ਉਹ ਇੱਕਦਮ ਭੱਜ ਜਾਵੇ, ਉਹ ਸੂਰਮਾ ਨਹੀਂ, ਉਹਨੂੰ ਕਹਿੰਦੇ ਡਰਪੋਕ ਬੁਜ਼ਦਿਲ। ਜਿਹੜਾ ਭੱਜ ਜਾਂਦਾ ਉਹ ਸੂਰਮਾ ਨਹੀਂ ਹੁੰਦਾ, ਜਿਹੜਾ ਮੁਕਾਬਲਾ ਕਰਦਾ, ਜਿਹੜਾ ਫਾਈਟ ਕਰਦਾ, ਸੂਰਮਾ ਉਹ ਹੈ ਜੋ ਗੁਰੂ ਦੇ ਬਚਨਾਂ ਨੂੰ ਆਪਣੇ ਮਨ ਤੇ ਪ੍ਰਵਾਨ ਕਰਦਾ, ਸੁਣਦਾ, ਉਹ ਸੂਰਮਾ ਹੈ। ਉਹਦੇ ਵਿੱਚ ਸਹਿਜ ਹੈ, ਉਹਦੇ ਵਿੱਚ ਸਬਰ ਹੈ, ਉਹਦੇ ਵਿੱਚ ਗੁਰੂ ਦੀ ਬਖਸ਼ਿਸ਼ ਪ੍ਰਾਪਤ ਕਰਨ ਦੀ ਇੱਛਾ ਹੈ। ਜਿਹੜਾ ਡੰਡੇ ਖਾ ਕੇ ਬਈ ਬੱਚਾ ਸਕੂਲੋਂ ਭੱਜਦਾ ਨਹੀਂ, ਇਹਦਾ ਮਤਲਬ ਉਹ ਕੁਝ ਬਣੇਗਾ। ਸੱਚੀ ਗੱਲ ਹੈ। ਜਿਹੜੇ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ, ਜਿਹੜੇ ਅੱਧੀ ਛੁੱਟੀ ਦੌੜ ਜਾਂਦੇ ਨੇ, ਕੁੱਟ ਤੋਂ ਡਰਦੇ, ਉਹ ਜ਼ਿੰਦਗੀ ਵਿੱਚ ਪ੍ਰੋਗਰੈਸ ਨਹੀਂ ਕਰ ਪਾਉਂਦੇ। ਤੇ ਜਿਹੜਾ ਬੱਚਾ ਕੁੱਟ ਖਾ ਕੇ ਵੀ ਬੈਠਾ ਰਹਿੰਦਾ, ਉਹ ਬਣੇਗਾ, ਕੁਛ ਨਾ ਕੁਛ ਬਣੇਗਾ। ਜਿਨ੍ਹਾਂ ਨੇ ਟੀਚਰਾਂ ਕੋਲ, ਪੁਰਾਣੇ ਮਾਸਟਰਾਂ ਕੋਲ ਮਾਰਾਂ ਖਾਧੀਆਂ ਨੇ, ਡੰਡੇ ਖਾਧੇ ਨੇ, ਉਹ ਅੱਜ ਮੌਜ ਕਰ ਰਹੇ ਨੇ, ਮੌਜ ਕਰ ਰਹੇ ਨੇ। ਜਿਨ੍ਹਾਂ ਨੇ ਸਕੂਲ ਛੱਡ ਦਿੱਤੇ, ਦੂਜੀ, ਚੌਥੀ, ਤੀਜੀ, ਪਹਿਲੀ ਦੇ ਵਿੱਚੋਂ ਹੀ ਹਟ ਗਏ, ਉਹਨਾਂ ਨੂੰ ਮੁਸ਼ਕਲ ਹੋਈ, ਉਹਨਾਂ ਦੇ ਨਾਲ ਦੇ ਬਹੁਤ ਅੱਗੇ ਲੰਘ ਗਏ। ਇਸ ਕਰਕੇ ਕੌਣ ਲੰਘਿਆ? ਜਿਸ ਨੇ ਮਾਰ ਖਾਧੀ, ਜਿਸ ਨੇ ਸਬਕ ਸਿੱਖਿਆ। ਸੋ ਇਸ ਲਈ ਗੁਰੂ ਸਾਨੂੰ ਸਬਕ ਕੀ ਦੱਸ ਰਹੇ ਨੇ? ਕਹਿੰਦੇ ਤੂੰ ਮਨ ਮਿਥਿਆ। ਕਿਹੜੀ ਚੀਜ਼ ਮਿਥਿਆ? ਧਨ ਕੁਟੰਬ ਸਬਾਇਆ, ਇਹ ਸਾਰਾ ਮਿਥਿਆ। ਇਹ ਕੇਵਲ ਸੁਣਨਾ ਨਹੀਂ, ਸੱਚਮੁੱਚ ਮੰਨਣਾ। ਇਸ ਚੀਜ਼ ਦੇ ਨਾਲੋਂ ਜਿਹੜਾ ਮੋਹ ਹੈ ਨਾ, ਦਿਨੋਂ ਦਿਨ ਵਧਾਉਣਾ ਨਹੀਂ। ਗੁਰੂ ਕਹਿੰਦੇ ਨੇ ਇਹਨੂੰ ਘਟਾਉਣਾ, ਭਾਵੇਂ ਇਹ ਬੜਾ ਔਖਾ ਹੈ। ਹੋਰ ਖੰਡਿਓ ਤਿੱਖੀ ਵਾਲੋਂ ਨੇ ਕੀ ਕਿਹਨੂੰ ਕਹਿੰਦੇ ਨੇ? ਹੁਣ ਕੋਈ ਖੰਡੇ ਦੀਆਂ ਧਾਰਾਂ ਥੋੜ੍ਹਾ ਵਿਛਾਈਆਂ ਹੋਈਆਂ, ਉਹਦੇ ਤੇ ਅਸੀਂ ਤੁਰਨਾ, ਕਿਤੇ ਲੜਾਈ ਲੱਗੀ ਤੇ ਅਸੀਂ ਜਾ ਕੇ ਤੁਰਨਾ, ਉਹ ਨਹੀਂ। ਇਹ ਜਿਹੜੀ ਚੀਜ਼ ਹੈ, ਮੋਹ ਨੂੰ ਘੱਟ ਕਰਨਾ, ਸੰਸਾਰ ਦੇ ਰੰਗਾਂ ਨੂੰ ਤਿਆਗਣਾ, ਤਿਲਾਂਜਲੀ ਦੇਣੀ, ਇਹ ਚੀਜ਼ਾਂ ਜਿਹੜੀਆਂ ਨੇ ਇਹ ਔਖੀਆਂ ਨੇ। ਇਸ ਨੂੰ ਹੀ ਕਹਿੰਦੇ ਨੇ ਖੰਨਿਓ ਤਿੱਖੀ ਵਾਲੋਂ ਨਿੱਕੀ, ਇਹ ਤਾਂ ਮਾਰਗ ਜਾਣਾ। ਇਹਨੂੰ ਕਹਿੰਦੇ ਨੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਲੱਭ, ਦੇਖੋ ਕਲੀਅਰ ਹੋ ਗਿਆ। ਲੱਭ, ਲੋਭ, ਹੰਕਾਰ, ਤਜ, ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ। ਇਹਨੂੰ ਕਹਿੰਦੇ ਨੇ ਖੰਡੇ ਦੀ ਧਾਰ ਤੇ ਤੁਰਨਾ। ਇਹਨੂੰ ਕਹਿੰਦੇ ਨੇ ਭਗਤਾਂ ਦੀ ਚਾਲ। ਤੇ ਜਿਹੜਾ ਇਹ ਚੀਜ਼ਾਂ ਨੂੰ ਛੱਡ ਦੇਵੇਗਾ, ਉਹਨੂੰ ਸੂਰਬੀਰ, ਉਹਨੂੰ ਭਗਤ, ਉਹਨੂੰ ਯੋਧਾ, ਉਹਨੂੰ ਸੂਰਮਾ ਗਿਣਿਆ ਜਾਏਗਾ। ਤੇ ਜਿਹੜਾ ਸੰਸਾਰ ਦੇ ਨਾਲ ਚਿੰਬੜਿਆ ਰਹੇਗਾ, ਲਿਪਟਿਆ ਰਹੇਗਾ, ਉਹਨੂੰ ਕੀ ਕਿਹਾ ਜਾਏਗਾ? ਉਸ ਸੰਸਾਰ ਦੇ ਰਸਾਂ ਨੂੰ ਮੰਨਣ ਵਾਲਾ, ਉਹ ਮੋਹੀ ਬੰਦਾ, ਉਹ ਤ੍ਰਿਸ਼ਨਾਲੂ ਬੰਦਾ, ਉਸ ਨੂੰ ਇਹ ਚੀਜ਼ ਦੇ ਨਾਲ ਸੋ ਦੱਸਿਆ ਜਾਏਗਾ, ਬੁਲਾਇਆ ਜਾਏਗਾ। ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਤੂੰ ਹੌਲੀ ਹੌਲੀ, ਕੋਈ ਵੀ ਚੀਜ਼ ਇੱਕਦਮ ਨਹੀਂ ਹੁੰਦੀ। ਨਸ਼ਾ ਛੱਡਣਾ ਹੌਲੀ ਹੌਲੀ, ਰੱਬ ਦੇ ਨਾਲ ਲੱਗਣਾ, ਇਹ ਵੀ ਬਾਣੀ ਵਿੱਚ ਲਿਖਿਆ, ਸਹਿਜੇ ਸਹਿਜੇ, ਹੌਲੀ ਹੌਲੀ। ਹਰ ਚੀਜ਼ ਹੌਲੀ ਹੌਲੀ ਹੁੰਦੀ ਹੈ। ਸੰਸਾਰ ਦੇ ਰਸ, ਇਹਨਾਂ ਨੂੰ ਛੱਡਣਾ, ਮੋਹ ਨੂੰ ਤਿਆਗਣਾ ਹੌਲੀ ਹੌਲੀ, ਹੌਲੀ ਹੌਲੀ, ਹੌਲੀ ਹੌਲੀ। ਇਸ ਕਰਕੇ ਇਹ ਜਦੋਂ ਹੌਲੀ ਹੌਲੀ ਚੀਜ਼ ਹੋ ਜਾਏਗੀ ਤੇ ਹੌਲੀ ਹੌਲੀ ਇਹ ਪਰਮਾਤਮਾ ਵੱਲ ਵੱਧਦਾ ਜਾਏਗਾ। ਕਿਉਂਕਿ ਇਹਦਾ ਪਰਮਾਤਮਾ ਨੂੰ ਟੁੱਟਣ ਦਾ ਕਾਰਨ ਪਤਾ ਕੀ ਹੋਇਆ ਸੀ? ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਜਿਉਂ ਜਿਉਂ ਸੰਸਾਰ ਦੀ ਖਿੱਚ ਵੱਧਦੀ ਗਈ, ਪਰਮਾਤਮਾ ਨਾਲੋਂ ਇਹਦੀ ਖਿੱਚ ਛੋਟੇ ਹੁੰਦੇ ਤੋਂ ਹੀ ਘਟਦੀ ਗਈ। ਇੱਕ ਦਿਨ ਐਸਾ ਆਇਆ ਵੀ ਇਹ ਖਿੱਚ ਜਿਹੜੀ ਪੂਰੀ ਤਰ੍ਹਾਂ ਹੀ ਸਮਾਪਤ ਹੋ ਗਈ ਤੇ ਇਹ ਬੰਦਾ ਨਾਸਤਿਕ ਬਣ ਗਿਆ। ਇਹ ਪਰਮਾਤਮਾ ਤੋਂ ਵੀ ਮੁਨਕਰ ਹੋ ਗਿਆ ਵੀ ਪਰਮਾਤਮਾ ਨਾਮ ਦੀ ਕੋਈ ਸ਼ਕਤੀ ਜਾਂ ਤਾਕਤ ਚੀਜ਼ ਹੈ। ਕਿਉਂ? ਕਿਉਂਕਿ ਵਿੱਚੋਂ ਗਰਭ ਨਿਕਲ ਆਇਆ, ਖਸਮ ਵਿਸਾਰ ਦੁਨੀ ਚਿਤ ਲਾਇਆ। ਦੁਨੀਆ ਦੇ ਰੰਗ ਇਸ ਨੂੰ ਸਾਹਮਣੇ
दिसदे सन। जिहड़ा परमात्मा सी जिसनूं सर्व व्यापक अदृष्ट कहंदे ने वो दिसिया नहीं, इस करके उस ते विश्वास करना इनू कन्फ्यूजन हो गया ते उहदे ते पूरी तरह विश्वास कर नहीं पाया ते सारी जिंदगी परम भुलेखे दुविधा दे विच ही गुजर गई ते टिकाणे ते आ ही नहीं सकिया जिस टिकाणे ते आउणा सी। सो महाराज जी फरमान करदे हौमे मिथ्या हौमे ममता माया, जो कुछ तेरे कोल है उसनूं अहंकार दे विच ना लवी। अपने उपर मान करना हंकार करना महाराज जी कहंदे ये भी मिथ्या ये भी झूठा है। जिवें बंदा कहंदा मेरे कोल पावर है, मेरे कोल ताकत है, पोलिटिकल पावर कह लीए, पैसे की ताकत कह लीए, अहुदे की ताकत कह लीए, ये भी नशा है, ये भी मिथ्या है। सच मनना पएगा गुरु के हुक्म नूं। अहुदे का नशा, राजनीति का नशा, ताकत का नशा, किसी विद्वता का गुण का नशा, जे ये हंकार पैदा करता है तो ये माड़ा है। ते जे ये समाज की सेवा विच लगता है, ताकत कोई भी ताकत है, जो असी बोल रहे हैं भी ताकत है, तुसी सुन रहे हो भी ताकत नाल सुन रहे हो। सारिਆਂ विच ताकत नहीं सच नूं सुन सके, सारिਆਂ विच ताकत नहीं सच नूं सुना सके। इस करके ये चीज़ जिहड़ी है महाराज जी कहंदे इस नूं त्यागना अपने अंदरों हौमे ममता माया, मिथ्या हौमे ममता माया, ये सारिया चीज़ां झूठियां हैं, इन्हां दे उपर हंकार मान नहीं करना। मिथ्या राज जोवन धन माल, जोवन जो तेरी जवानी है महाराज जी कहंदे, जो तेरे कोल, मैं जिवें पहला बेनती करती, मिथ्या राज, राज दे विच अहुदे भी आ जांदे ने, हर ताकत आ जाती है। राज जोवन धन माल, जो कुछ भी तेरे को धन पदार्थ हैं, राज माल है जां सोहनी बॉडी सेहत है, जे इहदा अहंकार है, इहदा अहंकार है, जे किसी को ना धन है ना कोई पावर ताकत है, किसी को बहुत उच्चा लंबा शरीर है, बड़ा तकड़ा शरीर है, उसनों अपने शरीर का ही कई बार मन हो जाता है। किसी को तो पैसे ताकत का होंगे ना, किसी को सोहने नैन नक्श ने, सोहना शरीर है, वो शीशे में अपने शरीर में देखी जाता है। एक नौजवान अपनिया जड़ियाँ ना वो अपने डोलियां ही फला फला के देखी जाता, छाती में फला फला के देखता। महाराज जी पता की कहते हैं, जे किते जवानी का हंकार आ गया, जो जाने मैं जोवन वंत सो होवत बिष्टा का जंत। जवानी जे है, ताकत जे है, इसनूं भले लई ला, ना कि लोकां नूं दिखाउण दे लई। ये अपने जिहड़े ने आ जिहड़े मोर तो डोलियां ते बहाई फिरदा है ना, ये लोकां नूं दिखाउण दे लई नहीं, ये जवानी देश कौम दे लेके लाउण लई हुंदी है, समाज की सेवा करन दे लई हुंदी है, अवारागर्दी करन दे लई नहीं, ऐश प्रस्ती करन दे लई नहीं। ये ताकत नूं महाराज जी कहंदे सांभ लई, नहीं ते पछताएगा, बीत जाना समा। ये जोवन सदा नहीं रहिंदा, सारियां दा चला गया, ते जिसका जोवन अज है वह भी चला ही जाना। बालपन ते चला गया, जोवन दे विच कदम है, जोवन भी चला जाना। ते हुण जिस अवस्था में 40 50 60 की उम्र दे विच भी चला जाना, बुढ़ापा आ जाना, ये आना ही आना वारी वारी ना। इस करके किसी भी चीज़ का हंकार करना, ये महाराज जी कहते बहुत वड्डी अज्ञानता है। मिथ्या काम क्रोध विकराल, काम वासना और मनुख के अंदर जिहड़ा पैदा होंदा है गुस्सा क्रोध, पाशा जी कहते सब कुछ व्यर्थ है। जद तन धन सब व्यर्थ है, तो जिहड़ियां माड़ियां चीज़ां अंदर पनपदियां ने पैदा होंदियां ने, ये तो फिर झूठियां है ही नहीं। काम क्रोध, वैसे जिहड़ा काम क्रोध बाणी विच लिखिया ना, ये पहले नंबरां ते लिखिया, फस्ट सैकंड इन्होंने मोहे रखिया। ये बड़े प्रभावशाली ने, इन्हों का प्रभाव बहुत भैड़ा। तुसी दिन देखना, बंदे दा मन किसी दे तन नूं देख के एकदम गंदा हुंदा है, बड़ा औखा है बचना। बंदे नूं किसी दी गल सुन के गुस्सा एकदम चढ़दा है,
ਬਾਣੀ ਦੇ ਵਿੱਚ ਲਿਖਿਆ। ਕਾਮ ਕ੍ਰੋਧ ਨੂੰ ਪਹਿਲਾਂ ਲਿਖਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਨਾ, 5 ਲਿਖਿਆ ਨਾ, ਕਾਮ ਤੇ ਕ੍ਰੋਧ ਨੂੰ ਪਹਿਲਾਂ ਲਿਖਿਆ। ਤੇ ਇਹਨਾਂ ਦੋਨਾਂ ਦੇ ਬਾਰੇ ਇੱਕ ਹੋਰ ਪੰਕਤੀ ਤੁਸੀਂ ਸਰਵਣ ਕਰਦੇ ਹੁੰਦੇ ਹੋ ਵੀ ਕਾਮ ਕ੍ਰੋਧ ਕਾਇਆ ਕੋ ਗੱਲ ਹੈ। ਜਿਹੜੀ ਸਾਡਾ ਸਰੀਰ ਹੈ, ਬੋਡੀ ਹੈ, એનર્ਜੀ ਹੈ ਸਾਡੇ ਅੰਦਰ, ਇਸ ਨੂੰ ਕਾਮ ਔਰ ਕ੍ਰੋਧ ਜਿਹੜਾ ਗੁੱਸਾ ਇਹਨੂੰ ਸਾੜ ਦਿੰਦੇ ਨੇ। ਜਿਵੇਂ ਪਾਣੀ ਦੇ ਉੱਪਰ ਇੱਕ ਸਿੰਪਲ ਕਾਗਜ਼ ਸੁੱਟ ਦਿਓ, ਪੇਪਰ ਸੁੱਟ ਦਿਓ, ਉਹਨੂੰ ਇੱਕ ਅੱਧਾ ਮਿੰਟ ਰਹਿਣ ਦਿਓ, ਉਹਨੂੰ ਫਿਰ ਉਠਾ ਕੇ ਦੇਖੋ, ਰੱਦੀ ਅਖਬਾਰ ਦਾ ਪੇਪਰ ਕਿਸੇ ਪਾਣੀ ਦੇ ਵਿੱਚ ਸੁੱਟੋ, ਉਹਨੂੰ ਚੁੱਕੋ ਤੇ ਉਹ ਹੱਥ 'ਚ ਨਹੀਂ ਆਏਗਾ, ਗਲ ਜਾਏਗਾ। ਮਹਾਰਾਜ ਜੀ ਕਹਿੰਦੇ ਬਹੁਤਾ ਵਿਸ਼ਈ ਬੰਦਾ, ਵਾਸ਼ਨਾ ਦਾ ਗ੍ਰਸਤ ਬੰਦਾ, ਜਿਹੜਾ ਹਰ ਵੇਲੇ ਸਿੱਧੀ ਪੰਜਾਬੀ ਵਿੱਚ ਕਹੀਏ ਸੜਿਆ ਤੇ ਭੁੱਜਿਆ ਰਹਿਣ ਵਾਲਾ ਬੰਦਾ, ਮਹਾਰਾਜ ਜੀ ਕਹਿੰਦੇ ਉਹਦਾ ਸਰੀਰ ਜਿਹੜਾ ਹੈ ਨਾ ਬਹੁਤ ਜ਼ਿਆਦਾ ਰੋਗੀ ਹੋ ਜਾਂਦਾ ਹੈ। ਜੋ ਆਪਣੀ એનર્ਜੀ ਵੇਸਟ ਕਰਦਾ ਇਹਨਾਂ ਦੋਨਾਂ ਚੀਜ਼ਾਂ ਰਾਹੀਂ ਬਹੁਤ ਜ਼ਿਆਦਾ। ਹਰ ਚੀਜ਼ ਵਿੱਚ ਸੰਜਮ ਦੱਸਿਆ ਮਹਾਰਾਜ ਜੀ ਨੇ, ਹਰ ਚੀਜ਼ ਵਿੱਚ ਸੰਜਮ ਦੱਸਿਆ, ਸਮਾਂ ਦੱਸਿਆ, ਢੰਗ ਦੱਸਿਆ, ਹਰ ਚੀਜ਼ ਨੂੰ ਯੂਜ਼ ਜਾਂ ਇਸਤੇਮਾਲ ਕਰਨ ਦਾ। ਬੰਧਨ ਮਹਾਰਾਜ ਜੀ ਨੇ ਲਾਏ ਨੇ, ਵਾੜ ਲਾਈ ਹੈ, ਨਿਯਮ ਬਣਾਏ ਨੇ। ਇਹ ਰਸਾਂ ਨੂੰ ਮੰਨਣ ਤੇ ਭੋਗਣ ਦੇ ਵੀ ਮਹਾਰਾਜ ਜੀ ਕਹਿੰਦੇ। ਪਰ ਜੋ ਇਸ ਦੇ ਵਿੱਚ ਗ੍ਰਸਤ ਹੋ ਜਾਏਗਾ, ਜੋ ਇਸ ਨੂੰ ਹੀ ਜੀਵਨ ਦਾ ਅੰਗ ਸਮਝ ਲਏਗਾ ਵੀ ਇਹਦੇ ਨਾਲ ਹੀ ਬਸ ਮੇਰੀ ਜ਼ਿੰਦਗੀ ਹੈ, ਤੇ ਮਹਾਰਾਜ ਜੀ ਕਹਿੰਦੇ ਉਹਦਾ ਸਰੀਰ ਜਿਹੜਾ ਹੈ ਗਲ ਜਾਏਗਾ। ਜਦੋਂ ਮਨੁੱਖ ਦੇ ਅੰਦਰੋਂ ਤਾਕਤ, એનર્ਜੀ ਖਤਮ ਹੋ ਗਈ ਤੇ ਫਿਰ ਤੁਸੀਂ ਦੇਖੋ ਦੁਖੇ ਕ੍ਰੋਧੀ ਬੰਦਾ, ਗੁੱਸੇ ਵਿੱਚ ਕਿਸੇ ਨਾਲ ਝਗੜਦਾ ਬੰਦਾ, ਉਹਦਾ ਮੂੰਹ ਲਾਲ ਹੋ ਜਾਂਦਾ ਹੈ, ਉਹਦੇ ਬੁੱਲ ਜਿਹੜੇ ਨੇ ਕੰਬਦੇ ਨੇ, ਉਹਦੀ ਰਸਨਾ ਦੇ ਵਿੱਚੋਂ ਨਿਕਲੇ ਹੋਏ ਅਲਫਾਜ਼, ਸ਼ਬਦ ਪੂਰਾ ਵਾਕ ਨਹੀਂ ਬਣਾਉਂਦੇ। ਅੱਧੀ ਗੱਲ ਕੱਟ ਹੋ ਜਾਂਦੀ, ਅੱਧੀ ਨਿਕਲਦੀ, ਅੱਧੀ ਨਿਕਲਦੀ ਨਹੀਂ। ਇਹਦਾ ਮਤਲਬ ਜੇ ਇਹ ਬੋਲਾਂ ਨੂੰ ਕੱਟ ਦਿੰਦੇ ਪਏ ਨੇ, ਇਹ ਵਾਕ ਨੂੰ ਹੀ ਕੱਟ ਦਿੰਦਾ। ਇੱਕ ਕ੍ਰੋਧੀ ਬੰਦੇ ਦੇ ਮੂੰਹ ਦੇ ਵਿੱਚੋਂ ਗੁੱਸਾ ਜੋ ਕਰਦਾ ਹੈ, ਗੁੱਸੇ ਦੇ ਵਿੱਚ ਮੂੰਹ ਦੇ ਵਿੱਚੋਂ ਨਿਕਲੇ ਅਲਫਾਜ਼ ਹੀ ਜੇ ਛੋਟੇ ਵੱਡੇ ਹੋ ਜਾਂਦੇ ਨੇ, ਘੱਟ ਵੱਧ ਹੋ ਜਾਂਦੇ ਨੇ, ਪ੍ਰੋਪਰ ਬਾਹਰ ਨਹੀਂ ਆਉਂਦੇ, ਤੇ ਉਸ ਬੰਦੇ ਦੇ ਸਰੀਰ, ਤਨ ਜਾਂ ਮਨ ਦਾ ਕੀ ਹਾਲ ਹੋਏਗਾ? ਬਹੁਤ ਜ਼ਿਆਦਾ ਪ੍ਰਭਾਵਿਤ ਹੋਏਗਾ, ਰੋਗੀ ਹੋਏਗਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਐਵੇਂ ਇਹ ਝੂਠੀਆਂ ਚੀਜ਼ਾਂ ਦੇ ਵਿੱਚ ਨਾ ਲੱਗ। ਮਿਥਿਆ ਕਾਮ ਕ੍ਰੋਧ ਵਿਕਰਾਲ ਸਾਰੇ ਬੇਅਰਥ ਹਨ, ਮਿਥਿਆ ਰੱਥ ਹਸਤੀ ਅਸਵ ਬਸਤਰਾ। ਪੁਰਾਣੇ ਸਮਿਆਂ ਦੇ ਵਿੱਚ ਅਮੀਰ ਲੋਕਾਂ ਦੇ ਕੋਲ ਘੋੜੇ ਜਾਂ ਘੋੜੀਆਂ ਹੁੰਦੀਆਂ ਸਨ। ਅੱਜ ਜਿਵੇਂ ਅਸੀਂ ਮੋਟਰਸਾਈਕਲ ਤੇ ਜਾਂ ਕਾਰ ਕੱਢਦੇ ਆ ਨਾ ਬਾਹਰ, ਸ਼ਾਹੂਕਾਰ ਲੋਕ ਜਦੋਂ ਕਰਜ਼ਾ ਜਿਹਨੇ ਲਿਆ ਹੁੰਦਾ ਸੀ, ਵਿਆਜ ਲੈਣ ਜਾਣਾ, ਕਿਸੇ ਕੋਲੋਂ ਕੋਈ ਪੈਸੇ ਲੈਣ ਜਾਣਾ, ਸ਼ਾਹ ਜੀ ਘੋੜੀ ਤੇ ਚੜ੍ਹ ਕੇ ਜਾਂਦੇ ਨੇ, ਜਾਂ ਘੋੜੇ ਤੇ ਚੜ੍ਹ ਕੇ ਕਹਿ ਦਈਏ। ਘੋੜੇ ਘੋੜੀਆਂ ਹੁੰਦੀਆਂ ਸਨ, ਰੱਥ ਰੱਖੇ ਹੁੰਦੇ ਸਨ ਘਰਾਂ ਦੇ ਵਿੱਚ, ਜਿਵੇਂ ਹੋਰ ਚੀਜ਼ਾਂ ਅਸੀਂ ਰੱਖੀਆਂ ਨੇ ਉਸ ਸਮੇਂ ਪੁਰਾਣੇ ਜ਼ਮਾਨਿਆਂ ਵਿੱਚ ਜ਼ਿਆਦਾ। ਰੱਥ ਰਾਜਿਆਂ ਦੇ ਜੀਵਨ ਨੂੰ ਪੜ੍ਹੀਏ ਤੇ ਉਹਨਾਂ ਦੇ ਕੋਲ ਘੋੜੇ, ਹਾਥੀ, ਰੱਥ, ਵੱਡੇ ਵੱਡੇ ਜਾਨਵਰ, ਪੰਛੀ ਹੁੰਦੇ ਸਨ ਮਹਿੰਗੇ। ਮਹਾਰਾਜ ਜੀ ਨੇ ਲਿਖਿਆ, ਕਹਿੰਦੇ ਇਹ ਸਾਰੀਆਂ ਚੀਜ਼ਾਂ ਮਿਥਿਆ ਰੱਥ ਹਸਤੀ, ਮਤਲਬ ਰੱਥ, ਹਾਥੀ, ਅਸਵ, ਘੋੜੇ, ਬਸਤਰਾ, ਸੁੰਦਰ ਕੱਪੜੇ ਉਦੋਂ ਵੀ ਸਨ ਤੇ ਹੁਣ ਵੀ। ਜੋ ਸ਼ਾਹੀ ਘਰਾਣੇ ਦੇ ਲੋਕ ਹੁੰਦੇ ਸਨ, ਉਹਨਾਂ ਦੇ ਪਾਸ ਬਹੁਤ ਕੀਮਤੀ ਜੇਵਰ, ਬਹੁਤ ਜੇਵਰ ਅੱਜ ਬਹੁਤ ਘੱਟ ਨੇ ਲੋਕਾਂ ਕੋਲ। ਪੁਰਾਣੇ ਸਮਿਆਂ ਦੇ ਵਿੱਚ ਜਦੋਂ ਅਜੇ ਹਿੰਦੁਸਤਾਨ ਨੂੰ ਪੂਰਾ ਲੁੱਟਿਆ ਨਹੀਂ ਸੀ, ਲੋਕਾਂ ਕੋਲ ਬਹੁਤ ਜ਼ਿਆਦਾ ਗਹਿਣੇ ਹੁੰਦੇ ਸਨ। ਜਦੋਂ ਵੰਡ ਹੋਈ ਸੀ ਤੇ ਕੀ ਕੀਤਾ ਸੀ, ਗਹਿਣੇ ਜਿਹੜੇ ਸੀ ਜਾਂ ਜਿੰਨਾ ਵੀ ਗੋਲਡ ਜਾਂ ਮਹਿੰਗੀਆਂ ਚੀਜ਼ਾਂ ਸੀ, ਲੋਕਾਂ ਨੇ ਭਾਂਡਿਆਂ ਵਿੱਚ ਪਾ ਕੇ ਦੱਬ ਦਿੱਤੀਆਂ। ਦੇਖੋ ਮਤਲਬ ਕਹਿੰਦਾ ਵੀ ਲੋਕਾਂ ਦੇ ਕੋਲ ਕੋਈ ਤੋਲੇ ਦੇ ਹਿਸਾਬ ਨਾਲ ਨਹੀਂ, ਕਿਲੋਆਂ ਦੇ ਹਿਸਾਬ ਦੇ ਨਾਲ ਪਹਿਲੇ ਜ਼ਮਾਨੇ ਵਿੱਚ ਇਹ ਚੀਜ਼ਾਂ ਹੋਇਆ ਕਰਦੀਆਂ ਸਨ। ਪਰ ਸਾਡੇ
ਲੀਡਰਾਂ ਨੇ, ਰਾਜਨੀਤਿਕ ਲੋਕਾਂ ਨੇ ਇੰਨਾ ਕੁ ਲੁੱਟਿਆ ਆਮ ਪਬਲਿਕ ਨੂੰ, ਦੇਸ਼ ਨੂੰ, ਸਮਾਜ ਨੂੰ। ਇਹਨਾਂ ਨੇ ਕੰਗਾਲ ਕਰ ਦਿੱਤਾ। ਲੋਕਾਂ ਦੇ ਕੋਲ ਨਾ ਪੈਸਾ ਰਿਹਾ ਤੇ ਨਾ ਕੋਈ ਹੋਰ ਚੀਜ਼ ਰਹੀ। ਇਸ ਭਾਰਤ ਨੂੰ ਕਹਿੰਦੇ ਸੀ ਸੋਨੇ ਦੀ ਚਿੜੀ, ਤੇ ਇਹਦੇ ਖੰਭ ਖੁੰਭ ਕੱਟ ਕੇ ਤੇ ਇਹਨੂੰ ਧਰਤੀ ਤੇ ਸੁੱਟ ਦਿੱਤਾ ਸਾਡੇ ਲੋਕਾਂ ਨੇ। ਤਾਂ ਕਰਕੇ ਸਾਡੇ ਬੱਚੇ ਬਾਹਰ ਜਾ ਕੇ ਵਿਚਾਰੇ ਮਿਹਨਤਾਂ ਕਰਦੇ, ਨਹੀਂ ਤੇ ਅੰਗਰੇਜ਼ ਲੋਕ ਇੱਥੇ ਆ ਕੇ ਹੱਥ ਅੱਡਦੇ ਸੀ। ਹੱਥ ਇੱਥੇ ਆ ਕੇ ਸਾਡੀ ਕਰੰਸੀ ਜਿਹੜੀ ਸੀ, ਉਹ ਜਿਹੜੇ ਬਾਹਰਲੇ ਪਾਉਂਡ, ਯੂਰੋ ਜਾਂ ਡਾਲਰ ਨੇ ਨਾ, ਉਹਨਾਂ ਦੇ ਮੁਕਾਬਲੇ ਜ਼ਿਆਦਾ ਸੀ। ਜਿਵੇਂ ਹੁਣ ਇੱਕ ਦੇ 50 ਬਣਦੇ ਆ ਨਾ ਬਾਹਰਲੇ, ਜਾਂ ਇੱਕ ਦੇ 70 ਬਣ ਜਾਣ, 90 ਬਣਦੇ ਨੇ। ਉਦੋਂ ਸਾਡਾ ਰੁਪਈਆ ਸੀ ਤੇ ਡਾਲਰ ਜਿਹੜੇ ਨੇ ਉਹ ਥੱਲੇ ਸੀ, ਡਾਊਨ ਸੀ। ਸਾਡਾ ਰੁਪਈਆ ਅਪ ਸੀ। ਡਾਊਨ ਕਿਸ ਨੇ ਕੀਤਾ? ਜੋ ਸਾਡਾ ਵਿਸ਼ਾ ਨਹੀਂ ਹੈ, ਪੜ੍ਹ ਕੇ ਦੇਖ ਲੈਣਾ ਹਿਸਟਰੀ, ਕਿਸ ਨੇ ਡਾਊਨ ਕੀਤਾ? ਸਾਨੂੰ। ਸੋ ਮਹਾਰਾਜ ਜੀ ਕਹਿੰਦੇ ਇਹ ਸਾਰੇ ਰੱਥ, ਹਾਥੀ, ਘੋੜੇ, ਸੁੰਦਰ ਪੁਸ਼ਾਕਾਂ, ਕੀਮਤੀ ਗਹਿਣੇ, ਇਹ ਸਾਰੇ ਹੀ ਮਿਥਿਆ ਨੇ। ਮਿਥਿਆ ਨੇ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ, ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵਨ ਛਾਰ। ਜਿਸ ਤਨ ਦੇ ਉੱਪਰ ਗਹਿਣੇ ਸਜਾਏ ਜਾਂਦੇ ਨੇ, ਜਿਹੜੀਆਂ ਉਂਗਲਾਂ ਦੇ ਵਿੱਚ ਮੁੰਦੀਆਂ ਪਾਈਆਂ ਜਾਂਦੀਆਂ ਨੇ, ਇਹ ਆਸਾ ਦੀ ਵਾਰ ਦੀਆਂ ਪੰਕਤੀਆਂ ਨੇ। ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ। ਹਾਰ ਇਸਤਰੀਆਂ ਵੀ ਪਾਉਂਦੀਆਂ ਨੇ, ਤੇ ਹੋਰ ਕੈਂਠੇ ਜਾਂ ਕਈ ਤਰ੍ਹਾਂ ਦੀਆਂ ਚੀਜ਼ਾਂ ਨੇ ਰਵਾਇਤੀ, ਉਹ ਮਰਦ ਵੀ ਪਾਉਂਦੇ ਸਨ ਜਾਂ ਪਾਉਂਦੇ ਹਨ। ਸੋ ਮਹਾਰਾਜ ਜੀ ਕਹਿੰਦੇ ਇਹ ਸਾਰੀਆਂ ਚੀਜ਼ਾਂ ਮਿਥਿਆ ਨੇ, ਝੂਠੀਆਂ ਨੇ। ਗੋਲਡ ਪਾ ਕੇ ਦੂਸਰੇ ਨੂੰ ਦਿਖਾਉਣਾ, ਆਪਣੇ ਉਂਗਲਾਂ ਦੇ ਵਿੱਚ 3 ਮੁੰਦਰੀਆਂ, 4 ਮੁੰਦਰੀਆਂ, ਜਾਂ ਆਪਣੇ ਗਲੇ ਦੇ ਵਿੱਚ ਮਹਾਰਾਜ ਜੀ ਕਹਿੰਦੇ ਪਾ ਕੇ ਦਿਖਾਉਣਾ, ਇਹ ਹੰਕਾਰ ਦੀ ਨਿਸ਼ਾਨੀ ਹੈ। ਇਸ ਕਰਕੇ ਸਾਨੂੰ ਵੈਸੇ ਜ਼ਿਆਦਾ ਸਰਬਲੋਹ ਦੱਸਿਆ ਮਹਾਰਾਜ ਜੀ ਨੇ। ਸਰਬਲੋਹ ਦਾ ਕੜਾ ਪਾਉਣ ਨੂੰ ਕਿਹਾ, ਇਸੇ ਕਰਕੇ ਇਹ ਵੀ ਸਿੰਪਲ ਲਾਈਫ। ਤੂੰ ਜੋ ਕੁਝ ਵੀ ਤੇਰੇ ਕੋਲ ਹੈ, ਇਸ ਨੂੰ ਤੂੰ ਸਮਝਣਾ ਮਿਥਿਆ, ਝੂਠਾ। ਜਦੋਂ ਝੂਠਾ ਸਮਝੇਗਾ, ਇਸ ਚੀਜ਼ ਦਾ ਤੂੰ ਦਿਖਾਵਾ ਨਹੀਂ ਕਰੇਗਾ ਤੇ ਤੇਰੇ ਅੰਦਰ ਹੰਕਾਰ ਨਹੀਂ ਪੈਦਾ ਹੋਏਗਾ। ਸੋ ਅਗਲੀ ਪੰਕਤੀ, ਮਿਥਿਆ ਧਰੋ ਮੋਹ ਅਭਿਮਾਨ। ਧਰੋ ਦਾ ਮਤਲਬ ਹੁੰਦਾ ਦਗਾ। ਧਰੋ ਮੋਹ, ਮੋਹ ਦਾ ਸਾਨੂੰ ਪਤਾ ਹੀ ਹੈ, ਜਿਹੜਾ ਸੰਸਾਰ ਦਾ ਮੋਹ। ਅਭਿਮਾਨ, ਅਭਿਮਾਨ ਹੰਕਾਰ, ਇਹ ਪਹਿਲਾਂ ਵੀ ਪੰਕਤੀਆਂ ਆਈਆਂ। ਮਹਾਰਾਜ ਜੀ ਕਹਿੰਦੇ ਇਹ ਸਾਰੇ ਹੀ ਮਨ ਦੇ ਵਿੱਚੋਂ ਪ੍ਰਗਟ ਹੋਣ ਵਾਲੀਆਂ ਚੀਜ਼ਾਂ ਨੇ। ਇਹਨਾਂ ਨੂੰ ਮਿਟਾ, ਇਹਨਾਂ ਨੂੰ ਖਤਮ ਕਰ, ਇਹਨਾਂ ਨੂੰ ਝੂਠ ਮੰਨ, ਇਹਨਾਂ ਨੂੰ ਨਾਸ਼ਵੰਤ ਬਣ। ਮਿਥਿਆ ਧਰੋ, ਨਾ ਕਿਸੇ ਨਾਲ ਠੱਗੀ ਜਾਂ ਫਰੇਬੀ ਕਰੀ, ਫਰੇਬ ਨਾ ਕਰੀ, ਕਿਸੇ ਨੂੰ ਧੋਖਾ ਨਾ ਦੇਵੀਂ। ਧੋਖੇਬਾਜ਼ ਬੰਦਾ ਬਹੁਤ ਬੁਰਾ ਹੁੰਦਾ, ਕਿਉਂਕਿ ਸਾਹਮਣੇ ਵਾਲਾ ਰੱਬ ਵਾਂਗੂ ਵਿਸ਼ਵਾਸ ਕਰਦਾ, ਤੇ ਜੇ ਕਿਸੇ ਦੇ ਵਿਸ਼ਵਾਸ ਨੂੰ ਤੋੜਿਆ ਜਾਏ, ਕਿਸੇ ਦੇ ਨਾਲ ਧੋਖਾ ਕੀਤਾ ਜਾਏ, ਤੇ ਮਹਾਰਾਜ ਜੀ ਕਹਿੰਦੇ ਇਹ ਬਹੁਤ ਮਾੜਾ ਹੈ। ਇਸ ਕਰਕੇ ਇਹ ਚੀਜ਼ ਨੂੰ ਮਿਥਿਆ ਸਮਝ, ਨਾਸ਼ਵੰਤ ਸਮਝ। ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਜਿਸ ਮਾਇਆ ਦੇ ਨਾਲ ਤੂੰ ਦਿਨ ਰਾਤ ਖੇਡਦਾ, ਚਾਹੇ ਉਹ ਜੜ ਹੈ, ਚੇਤਨ ਹੈ, ਜੀਵ ਹੈ, ਨਿਰਜੀਵ ਹੈ, ਪੁੱਤ ਹੈ, ਧੀ ਹੈ, ਪਦਾਰਥ ਹਨ, ਗੱਡੀਆਂ ਹਨ, ਘਰ ਹਨ, ਫੈਕਟਰੀਆਂ ਹਨ, ਟਰੱਕ ਹਨ, ਜੋ ਵੀ ਚੀਜ਼ ਹਨ, ਇਹ ਸਾਰੇ ਖਿਡੌਣੇ ਨੇ। ਮਹਾਰਾਜ ਜੀ ਕਹਿੰਦੇ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ। ਇਹਨਾਂ ਨੂੰ ਵੇਖ ਕੇ ਹੱਸਣਾ ਭਾਈ ਵਿਅਰਥ ਹੈ, ਕਿਉਂਕਿ ਇਹਨਾਂ ਨੂੰ ਦੇਖ ਕੇ ਹੀ ਇੱਕ ਦਿਨ ਬੰਦਾ ਰੋਂਦਾ। ਜੋ ਕੁਛ ਮੈਂ ਜਾਂ ਤੁਸੀਂ ਬਣਾਇਆ, ਇਹਨਾਂ ਨੂੰ ਦੇਖ ਕੇ ਅੱਜ ਮੈਂ ਖੁਸ਼ ਹੋਣਾ ਪਿਆ ਨਾ, ਇੱਕ ਦਿਨ ਆਉਣਾ ਹੈ ਸਾਰਿਆਂ ਦਾ, ਇਹਨੂੰ ਦੇਖ ਕੇ ਰੋਣਾ ਹੈ, ਕਿਉਂਕਿ ਇਹਨੂੰ ਛੱਡਣਾ ਜੋ ਹੈ। ਜੋ ਮੈਂ ਇਕੱਠਾ ਕੀਤਾ ਨਾ, ਇਹਨੂੰ ਅੱਜ ਮੈਂ ਦੇਖ ਕੇ ਹੱਸ ਰਿਹਾ। ਤੇ ਅਸੀਂ ਸਾਰਿਆਂ ਨੇ ਇੱਕ ਦਿਨ ਇਸ ਆਪਣੇ ਧੀ ਨੂੰ, ਪੁੱਤਰ ਨੂੰ, ਆਪਣੇ ਮਿੱਤਰਾਂ ਨੂੰ, ਆਪਣਾ ਜੋੜਿਆ ਹੋਇਆ ਪ੍ਰਾਪਰਟੀ ਨੂੰ, ਸਾਰੀਆਂ ਚੀਜ਼ਾਂ ਨੂੰ ਦੇਖ ਕੇ ਇੱਕ ਦਿਨ ਪਛਤਾਉਣਾ, ਤੇ ਇੱਕ ਦਿਨ ਅਸੀਂ ਪਛਤਾਵਾ ਕਰਨਾ ਹੈ, ਅਸੀਂ ਰੋਣਾ ਤੱਕ ਵੀ ਹੈ। ਕਿਉਂ? ਅਸੀਂ ਕਹਿਣਾ ਵੀ ਇੰਨੀ ਮਿਹਨਤ ਨਾਲ ਮੈਂ ਸਭ ਕੁਝ ਕੀਤਾ, ਬਣਾਇਆ, ਤੇ ਇਹਨੂੰ ਮੈਂ ਐਵੇਂ ਹੀ ਹੁਣ ਛੱਡ ਕੇ ਜਾ ਰਿਹਾ, ਕੀ ਫਾਇਦਾ ਹੋਇਆ? ਸੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਦੁਨੀਆ ਦੇ ਰੰਗਾਂ ਵੱਲ ਦੇਖ ਕੇ ਹੱਸੀ ਨਾ, ਇਹਨੂੰ ਮਿਥਿਆ ਮੰਨ ਕੇ ਚੱਲੀ। ਟੱਪੀ ਨਾ, ਬਹੁਤੇ ਭੰਗੜੇ ਤੇ ਛਾਲਾ ਨਾ ਮਾਰੀ, ਕਿਉਂਕਿ ਮਿਥਿਆ ਹੈ। ਜਿਹੜੀ ਚੀਜ਼ ਤੈਨੂੰ ਮਿਲੀ ਹੈ ਨਾ ਅੱਜ, ਬਹੁਤਾ ਨਾ ਟੱਪੀ, ਇਸਨੇ ਨਾਸ਼ ਹੋਣਾ ਹੈ।
मात पिता भाई सुत बनता इष्ट मीत अर भाई, पूर्व जन्म के मिले संजोगी, अंते को न सहाय। कोई भी तेरा सहाई नहीं, कोई भी तेरा साथी नहीं, ते कोई भी तेरे नाल चलण वाला नहीं, कुछ भी नहीं। जिवें तू आया सी एक दिन उस तरह ही जाना है। जो कुछ इस धरती तो मिला इस धरती ते ही छड़ के जाना। जो इस धरती तो कमाया, जो इस देश चों समाज चों इकट्ठा किया इत्थे रहना। इस करके ये सारिया चीज़ों छड्ड मिथ्या ध्रो मोह अभिमान मिथ्या आपस ऊपर करत गुमान, अपने ऊपर मान करना अहंकार करना, ये भी नशा झूठा है। अस्तर भगत आखिरी पंक्ति, अस्तर भगत साध की शरण, नानक जप जप जीवे हर कै चरण। आखिरी पंक्ति में महाराज जी कहते बई स्थिर रहने वाली केड़ी चीज़ है, सदा कायम रहने वाली केड़ी चीज़ है, कायम दाम कायम दायम सदा पातशाही। एक केड़ी चीज़ कायम रहिंदी है, सच कायम रहिंदा है। बंदे दी चंगी सोच कायम रहिंदी है, बंदे दे गुण कायम रहिंदे ने। असी सारियां ने सरवण कीता भी सब कुछ नाशवंत है, मिथ्या छड्ड के चले जाना। एक चीज़ जिहड़ी है वो दुनिया तो मिट नहीं सकती, भावें शरीर बंदा छड्ड जाए, जे साडे कोल होएगी वो किधरे भी जानी नहीं। इस बाणी विच लिखिया नाम रहे हो साधु रहे हो, जिहड़े अपने आप नूं जिन्हां ने साधिया सी, गुणां नाल भरपूर सी, उन्होंने देश कौम समाज लिए कुछ किया, उन्होंने लोग याद किए। जे मैं आप रोटी कमा के आप ही खा गया तो मैनू किसी ने याद नहीं रखना। किसी भी फील्ड में बंदा है, चाहे वह दायरा छोटा चाहे दायरा वड्डा, अजकल दायरे बहुत वड्डे ने क्योंकि इंटरनेट का युग है। उसनों अपने फील्ड में कुछ ना कुछ कर्म ऐसा करना चाहिए वो सैटिस्फाई होवे भी मैं इस संसार दे विच जे जा रहा ना, अज मेरे मन ते बोझ कोई नहीं, मैं कुछ करके जा रहा हैं, मैं किसी दे काम आया हाँ, मैं किसी का भला किया, मैं किसी की सपोर्ट हैल्प की, मैं किसी चंगे बंदे दे नाल तुरिया, मैं सच का साथ दिता, मैं सच कमाया। जे मेरा बहुत नेड़े का रिश्तेदार मेरा मित्र भी जे झूठा सी तो मैं उन्होंने झूठा किया, एक मैनू जानता नहीं सी वो सच्चा सी, मैं सच्चे का साथ दिता, इनू कमाई कहते हैं, इनू सच के राह पर चलना कहते हैं। तो मन सुकून विच होएगा, सैटिस्फाई होएगा। जे बंदे ने सारी जिंदगी झूठ का ही साथ दिता होवे तो मन ते बोझ रहेगा अखीर वेले। जे सच का साथ ना दिता होएगा, झूठे बंदियां की सपोर्ट की होएगी भी ये मेरी पार्टी का, ये मेरी जात का, ये मेरा, तो मैं हुण की करा, जे इहदा ना साथ दिता तो नाराज हो जाएगा। जिहड़ा इस तरह सोचता है ना, इस तरह करता है ना, रब उहदे नाल नाराज रहेगा। जिहड़ा सच्चे नूं सच्चा कवे, झूठे नूं झूठा कवे, वो भावें कोई भरा होवे, भैन होवे, पुत्र होवे, धी होवे, माँ होवे, बाप होवे, कोई भी होवे, जे वो सच्चा ये नहीं भी मेरा भरा है भी वो झूठा तेन झूठा नहीं कहना, ये मेरा पिता जो मेरी माँ है ये जे झूठी है तेन झूठा नहीं कहना, उन्होंने दस देना भी ये गलत है। चाहे मेरा मित्र है, चाहे मेरा पति है, चाहे मेरी पत्नी, जे पति गलत है तो पत्नी नूं तरीके दे नाल दस देना चाहिए इत्थे तुसी गलत हो, जे पत्नी गलत है तो पति नूं भी तरीके दे नाल, ये नहीं रोब पा के, तरीके दे नाल ढंग दे नाल समझा देना चाहिए। मित्र नूं दूजे मित्र नूं समझा देना चाहिए, भरा नूं दूजे भरा नूं समझा देना चाहिए, एक भैन नूं दूजी भैन नूं समझा देना चाहिए भी ये गल गलत है भाई, मैं तेरा साथ नहीं दे सकता। तो फिर जिहड़ा इस तरह सच दे मार्ग ते चलदा, सच्चे मार्ग चलदे आ उस्तत करे जहान। सो महाराज जी कहंदे किहड़ा सदा स्थिर रहेगा, नाम रहो साधु रहो गुरु गोविंद। सो इस करके अस्त्र भगत साध की शरण, गुरु की शरण विच रहन वाला, सच नूं सुनन वाला हमेशा दुनिया ते रहेगा। नानक जप जप जीवे हर के चरण। सो परमात्मा दे चरण परमात्मा दी बाणी है, गुरु
ਦਾ ਰੂਪ ਗੁਰੂ ਦੀ ਬਾਣੀ ਹੈ। ਜੋ ਗੁਰੂ ਦੀ ਬਾਣੀ ਨੂੰ ਪੜ੍ਹੇਗਾ ਸੁਣੇਗਾ, ਸਮਝ ਲੈਣਾ ਗੁਰੂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਰਿਹਾ, ਗੁਰੂ ਦੇ ਚਰਨ ਘੋਲ ਘੋਲ ਕੇ ਪੀ ਰਿਹਾ, ਗੁਰੂ ਕੇ ਚਰਨਾਂ ਦੀ ਬਖਸ਼ਿਸ਼ ਪ੍ਰਾਪਤ ਕਰ ਲੈ ਰਿਹਾ। ਹੋਰ ਚਰਨ ਕੋਈ ਹੋਰ ਨਹੀਂ, ਜਿੰਨਾ ਗੁਰੂ ਦਾ ਸ਼ਬਦ ਹੈ ਇਹ ਗੁਰੂ ਦਾ ਅੰਗ ਹੈ, ਗੁਰੂ ਦਾ ਸਰੀਰ ਹੈ, ਤੇ ਚਰਨ ਵੀ ਸਰੀਰ ਦੇ ਵਿੱਚ ਹੀ ਹੁੰਦੇ ਨੇ। ਇਸ ਕਰਕੇ ਨਾਨਕ ਜਪ ਜਪ ਜੀਵੇ ਹਰ ਕੇ ਚਰਨ, ਅਸਲੀ ਜੀਵਨ ਗੁਰੂ ਦੀ ਯਾਦ ਵਿੱਚ ਜਿਉਣਾ ਹੈ। ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ ਜੋ ਤੁਸੀਂ ਸਾਧ ਸੰਗਤ ਦੀ ਸਰਵਣ ਕੀਤੀ ਹੈ। ਇਸ ਦਾ ਭਾਵ ਅਰਥ ਸਾਡੇ ਹਿਰਦਿਆਂ ਤੇ ਵਸੇ। ਗੁਰੂ ਮਿਹਰ ਕਰੇ, ਸਭ ਦਾ ਭਲਾ ਮਹਾਰਾਜ ਜੀ ਕਰਨ, ਹੋਰ ਸਾਨੂੰ ਆਤਮਿਕ ਤਰੱਕੀ ਬਖਸ਼ਣ। ਦੇਸ਼ ਪ੍ਰਦੇਸ਼ ਸਰਵਣ ਕਰ ਰਹੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਭਾਈ। ਤੁਸੀਂ ਜੁੜਦੇ ਹੋ, ਬਹੁਤ ਚੰਗੀ ਗੱਲ ਹੈ, ਜੁੜਿਆ ਕਰੋ, ਕਿਉਂਕਿ ਇਹ ਜੀਵਨ ਹੈ। ਜੇ ਨਾ ਅਸੀਂ ਜੁੜਾਂਗੇ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ, ਨਾ ਸੱਚ ਕਵਾਵਾਂਗੇ ਕਿਸੇ ਨੂੰ ਕਿਹੜਾ ਕੋਈ ਘਾਟਾ ਪੈਣਾ, ਸਾਨੂੰ ਹੀ ਫਰਕ ਪੈਣਾ ਖੁਦ ਨੂੰ। ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ, ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ। ਜੇ ਅੱਛਾ ਜੀਵਨ ਬਣਨਾ ਤੇ ਸਾਡਾ ਖੁਦ ਦਾ ਬਣਨਾ, ਜੇ ਬੁਰਾ ਜੀਵਨ ਬਣਨਾ, ਮਾੜਾ ਬਣਨਾ ਤੇ ਸਾਡਾ ਬਣਨਾ। ਇਸ ਕਰਕੇ ਸਾਨੂੰ ਆਪਣੇ ਜੀਵਨ ਨੂੰ ਬਣਾਉਣ ਦੀ ਜ਼ਰੂਰਤ ਹੈ, ਕਿਸੇ ਵੱਲ ਨਹੀਂ ਦੇਖਣਾ। ਇੰਨੀ ਸੇਵਾ ਪ੍ਰਵਾਨ, ਭੁੱਲਾਂ ਚੁੱਕਾਂ ਦੀ ਖਿਮਾ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।